Good morning, students. Welcome to Krypton Academy of Chemistry. Last time we discussed about the topic mole concept, and today's our topic is percentage composition of element in a compound, empirical formula, and molecular formula. Empirical formula ਤੇ molecular formula ਕਾफ़ੀ ज़्यादा इंपॉर्टेंट है। CBSE ਦੇ ਹਰ ਐਗਜ਼ਾਮ ਦੇ ਵਿੱਚ ਇੰਪੀਰੀਕਲ ਫਾਰਮੂਲਾ ਤੇ ਮੋਲੀਕੂਲਰ ਫਾਰਮੂਲਾ ਰਿਲੇਟਡ ਕੁਐਸਚਨ ਹਰ ਵਾਰ ਆਉਂਦਾ ਹੀ ਆਉਂਦਾ ਹੈ। ਤੁਹਾਡੇ ਸਕੂਲ ਐਗਜ਼ਾਮ ਦੇ ਵਿੱਚ ਵੀ ਇੰਪੀਰੀਕਲ ਫਾਰਮੂਲਾ ਤੇ ਮੋਲੀਕੂਲਰ ਫਾਰਮੂਲਾ ਰਿਲੇਟਡ ਕੁਐਸਚਨ ਬਣਦਾ ਹੀ ਬਣਦਾ ਹੈਗਾ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਆਪਾਂ ਪਰਸੈਂਟੇਜ ਕੰਪੋਜੀਸ਼ਨ। ਠੀਕ ਹੈ, ਤਾਂ ਪਰਸੈਂਟੇਜ ਕੰਪੋਜੀਸ਼ਨ ਆਪਾਂ ਕਿਵੇਂ ਪਤਾ ਕਰਦੇ ਹਾਂ। ਸਪੋਜ਼ ਕਰੋ ਆਪਾਂ ਨੂੰ ਕੋਈ ਅਨਨੋਨ ਕੰਪਾਊਂਡ ਦਿੱਤਾ AB2। ਠੀਕ ਹੈ, AB2 ਦੇ ਵਿੱਚ ਮੈਂ ਪਰਸੈਂਟੇਜ A ਦੀ ਪਤਾ ਕਰਨੀ ਹੈ ਕਿ AB2 ਕੰਪਾਊਂਡ ਦੇ ਅੰਦਰ A ਦੀ ਪਰਸੈਂਟੇਜ ਕਿੰਨੀ ਹੈ। ਤਾਂ ਕਿਸ ਦੀ ਇਕੁਅਲ ਹੋਊਗੀ, ਮਾਸ ਆਫ ਐਲੀਮੈਂਟ A, ਮਾਸ ਆਫ ਐਲੀਮੈਂਟ A ਓਵਰ ਮਾਸ ਆਫ ਕੰਪਾਊਂਡ। A ਦਾ ਮਾਸ ਕਿੰਨਾ ਹੈ ਓਵਰ ਟੋਟਲ ਮਾਸ। ਟੋਟਲ ਮਾਸ ਕਿਹਦੇ ਇਕੁਅਲ ਹੋਊਗਾ, ਅਟੋਮਿਕ ਮਾਸ ਆਫ A 2 ਟਾਈਮ ਇੰਟੂ ਅਟੋਮਿਕ ਮਾਸ ਆਫ B। ਇਹ ਤੁਹਾਡੇ ਕੋਲ ਕੀ ਆ ਜਾਊਗਾ, ਅਟੋਮਿਕ ਮਾਸ ਆਫ ਏ ਕੰਪਾਊਂਡ। ਤੁਹਾਡੇ ਕੋਲ ਪੂਰਾ ਮੋਲੀਕੂਲਰ ਮਾਸ ਆ ਜਾਊਗਾ ਕਿਸ ਦਾ, ਕੰਪਾਊਂਡ ਦਾ। ਠੀਕ ਹੈ, ਸਿੰਪਲੀ ਆਪਾਂ ਜਿਸ ਐਲੀਮੈਂਟ ਦੀ ਪਰਸੈਂਟੇਜ ਕੰਪੋਜੀਸ਼ਨ ਕੱਢਣੀ ਹੈ ਉਸ ਨੂੰ ਉੱਪਰ ਰੱਖਾਂਗੇ ਅਤੇ ਟੋਟਲ ਮਾਸ ਨਾਲ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ। ਜਿਵੇਂ ਐਗਜ਼ਾਮ ਦੇ ਵਿੱਚ ਪਰਸੈਂਟੇਜ ਕੈਲਕੂਲੇਟ ਕਰਦੇ ਹਾਂ। ਸਪੋਜ਼ ਕਰੋ ਕੈਮਿਸਟਰੀ ਦਾ ਐਗਜ਼ਾਮ ਹੋਇਆ ਤੁਹਾਡਾ +1 ਦੇ ਵਿੱਚ, ਤੁਹਾਡੇ ਕੈਮਿਸਟਰੀ 70 ਮਾਰਕਸ ਦੇ ਪੇਪਰ ਦੇ ਵਿੱਚੋਂ ਤੁਸੀਂ ਕਿੰਨੇ ਮਾਰਕਸ ਸਿਕਿਉਰ ਕੀਤੇ, ਸਪੋਜ਼ ਕਰੋ 36 ਮਾਰਕਸ ਸਿਕਿਉਰ ਕੀਤੇ। ਤੁਹਾਡੀ ਪਰਸੈਂਟੇਜ ਕਿੰਨੀ ਹੋਊਗੀ, 36 ਓਵਰ 70 ਇੰਟੂ 100। ਸਿਮਿਲਰ ਕੰਮ ਆਪਾਂ ਐਲੀਮੈਂਟਸ ਲਈ ਕਰਨਾ ਹੈ। ਠੀਕ ਹੈ, ਜਿਸ ਐਲੀਮੈਂਟ ਦੀ ਪਰਸੈਂਟੇਜ ਕੱਢਣੀ ਹੈ ਉੱਪਰ ਰੱਖਣਾ ਹੈ, ਡਿਵਾਈਡ ਕਰਨਾ ਆਪਾਂ ਟੋਟਲ ਮਾਸ ਦੇ ਨਾਲ। ਸਿੰਪਲ। ਹੁਣ ਦੇਖੋ ਸਪੋਜ਼ ਕਰੋ ਆਪਾਂ ਅਮੋਨੀਅਮ ਕਲੋਰਾਈਡ ਹੈ, ਆਪਾਂ ਨੂੰ ਕੋਈ ਮੋਲੀਕੂਲ ਦਿੱਤਾ, ਕੀ ਦਿੱਤਾ, ਅਮੋਨੀਅਮ ਕਲੋਰਾਈਡ ਦਿੱਤਾ। ਇਸ ਦੇ ਵਿੱਚ ਆਪਾਂ ਇਸ ਕੰਪਾਊਂਡ ਦੇ ਵਿੱਚ ਆਪਾਂ ਨਾਈਟ੍ਰੋਜਨ ਦੀ ਪਰਸੈਂਟੇਜ ਕੱਢਣੀ ਹੈ। ਸਪੋਜ਼ ਕਰੋ ਕਿਸ ਦੀ ਪਰਸੈਂਟੇਜ ਕੱਢਣੀ ਹੈ ਆਪਾਂ, ਨਾਈਟ੍ਰੋਜਨ ਦੀ। ਤਾਂ ਨਾਈਟ੍ਰੋਜਨ ਦੀ ਪਰਸੈਂਟੇਜ ਕਿਵੇਂ ਕੱਢਾਂਗੇ ਆਪਾਂ, ਅਟੋਮਿਕ ਮਾਸ ਆਫ ਨਾਈਟ੍ਰੋਜਨ, ਨਾਈਟ੍ਰੋਜਨ ਦਾ ਮਾਸ ਕਿੰਨਾ ਹੈ ਓਵਰ ਮਾਸ ਆਫ ਕੰਪਾਊਂਡ, ਮਾਸ ਆਫ NH4Cl ਇੰਟੂ 100। ਠੀਕ ਹੈ, ਨਾਈਟ੍ਰੋਜਨ ਕਿੰਨੇ, 1। ਤਾਂ ਨਾਈਟ੍ਰੋਜਨ ਦਾ ਮਾਸ ਆਪਾਂ ਨੂੰ ਪਤਾ ਕਿੰਨਾ ਹੁੰਦਾ, 14। ਨਾਈਟ੍ਰੋਜਨ ਦਾ ਮਾਸ ਕਿੰਨਾ ਆ ਜਾਊਗਾ ਆਪਣੇ ਕੋਲੇ, ਗ੍ਰਾਮ ਅਟੋਮਿਕ ਮਾਸ ਲਿਖ ਲਓ ਚਾਹੇ ਸਿੰਪਲ ਅਟੋਮਿਕ ਮਾਸ ਲਿਖ ਲਓ, ਕਿੰਨਾ ਹੁੰਦਾ 14। ਅਤੇ ਅਮੋਨੀਅਮ ਕਲੋਰਾਈਡ ਦਾ ਕਿੰਨਾ ਆ ਜਾਊਗਾ, 14 ਪਲੱਸ ਹਾਈਡਰੋਜਨ ਦਾ 1 ਇੰਟੂ 4, ਕਲੋਰੀਨ ਦਾ 35.5, ਕਲੋਰੀਨ ਦਾ ਕਿੰਨਾ ਆ ਗਿਆ 35.5, ਅਤੇ ਕਿੰਨਾ ਆ ਗਿਆ 14 ਪਲੱਸ 4 18 ਪਲੱਸ 35.5, ਕਿੰਨਾ ਹੋ ਗਿਆ 53.5। ਕਿੰਨਾ ਆ ਗਿਆ ਆਪਣੇ ਕੋਲ 53.5। ਤਾਂ ਨਾਈਟ੍ਰੋਜਨ ਦੀ ਪਰਸੈਂਟੇਜ ਕਿੰਨੀ ਆ ਜਾਊਗੀ, ਅਟੋਮਿਕ ਮਾਸ ਆਫ ਨਾਈਟ੍ਰੋਜਨ ਨੂੰ 40 ਨੂੰ ਡਿਵਾਈਡ ਕਰਾਂਗੇ ਓਵਰ ਮਾਸ ਆਫ ਕੰਪਾਊਂਡ 53.5 ਇੰਟੂ 100। ਠੀਕ ਹੈ, ਸਿੰਪਲੀ ਆਪਣੇ ਕੋਲੇ ਪਰਸੈਂਟੇਜ ਆ ਜਾਊਗੀ ਨਾਈਟ੍ਰੋਜਨ ਦੀ। ਇਹ ਕੈਲਕੂਲੇਟ ਕਰਕੇ ਅਪਰੋਕਸੀਮੇਟਲੀ ਕਿੰਨਾ ਆਊਗਾ, 26.1%। ਅਪਰੋਕਸੀਮੇਟਲੀ ਕਿੰਨਾ ਆ ਜਾਊਗਾ, 26.1%। ਐਵੇਂ ਆਪਾਂ ਪਰਸੈਂਟੇਜ ਕੱਢ ਸਕਦੇ ਹਾਂ ਹਾਈਡਰੋਜਨ ਦੀ। ਅਗਰ ਆਪਾਂ ਹਾਈਡਰੋਜਨ ਦੀ ਪਰਸੈਂਟੇਜ ਕੱਢਣੀ ਹੋਵੇ ਤਾਂ ਹਾਈਡਰੋਜਨ ਦੀ ਪਰਸੈਂਟੇਜ ਕਿੰਨੀ ਆਊਗੀ, ਪਰਸੈਂਟੇਜ ਆਫ ਹਾਈਡਰੋਜਨ ਇਜ਼ ਇਕੁਅਲ ਟੂ ਮਾਸ ਆਫ ਐਲੀਮੈਂਟ, ਮਾਸ ਆਫ ਹਾਈਡਰੋਜਨ ਓਵਰ ਮਾਸ ਆਫ ਕੰਪਾਊਂਡ। ਮਾਸ ਆਫ ਹਾਈਡਰੋਜਨ ਕਿੰਨਾ, ਕਿੰਨੇ ਹਾਈਡਰੋਜਨ ਨੇ, 4 ਇੰਟੂ 1। ਕੰਪਾਊਂਡ ਹਾਈਡਰੋਜਨ ਦਾ ਮਾਸ ਕਿੰਨਾ, 4। तो एक हाइड्रोजन का 1 होंगे तो 4 हाइड्रोजन का कितना होगा, 4। तो मास ऑफ अमोनीयम क्लोराइड का मास कितना है, 53.5 इंटू 100। ठीक है, 53.5 इंटू 100। ये अप्रोक्सीमेटली कितनी आ जाएगी, 7.5%। ठीक है, अप्रोक्सीमेटली कितनी आ गई, 7.5%। हुण आपां की कढ़नी है, लास्ट की बच गया क्लोरीन। क्लोरीन की परसेंटेज किवें कढ़ांगे आपां, 100 ਦੇ ਵਿੱਚੋਂ परसेंटेज ऑफ हाइड्रोजन तो परसेंटेज ऑफ
नाइट्रोजन की कर देंगे सबट्रैक्ट, अपने को किस दी परसेंटेज आ जाऊगी क्लोरीन दी 26.1 प्लस 7.5 माइनस की माइनस करांगे आप 100 ਦੇ ਵਿੱਚੋਂ ਤੇ ਆਨਸਰ ਕਿੰਨਾ ਆ ਜਾਊਗਾ ਆਪਣੇ 66.4%। ਟੋਟਲ ਪਰਸੈਂਟੇਜ ਹਮੇਸ਼ਾ 100 ਹੀ ਆਊਗੀ। ਇਸ ਤਰੀਕੇ ਨਾਲ ਤੁਸੀਂ ਆਪਣੇ ਰਿਜ਼ਲਟ ਕੀ ਕਰ ਸਕਦੇ ਹੋ, ਵੈਰੀਫਾਈ ਕਰ ਸਕਦੇ ਹੋ। ਇੱਕ ਐਗਜ਼ਾਮਪਲ ਆਪਾਂ ਹੋਰ ਦੇਖਦੇ ਹਾਂ। ਦੇਖੋ ਆਪਾਂ ਹੁਣ ਸਪੋਜ਼ ਕਰੋ ਕਾਰਬਨ ਦੀ ਪਰਸੈਂਟੇਜ ਵੀ ਪਤਾ ਕਰਨੀ ਹੈ, ਹਾਈਡਰੋਜਨ ਦੀ ਪਰਸੈਂਟੇਜ ਵੀ ਪਤਾ ਕਰਨੀ ਹੈ ਤੇ ਨਾਈਟ੍ਰੋਜਨ ਦੀ ਪਰਸੈਂਟੇਜ ਕੀ ਕਰਨੀ ਹੈ, ਪਤਾ ਕਰਨੀ ਹੈ। ਸਭ ਤੋਂ ਪਹਿਲਾ ਕੰਮ ਕੀ ਕਰਨਾ, ਆਪਾਂ ਮੋਲੀਕੂਲਰ ਮਾਸ ਪਤਾ ਕਰਨਾ ਹੈ। ਇਹ ਫਾਰਮੂਲਾ ਕਿਸ ਦਾ, ਇਹ ਫਾਰਮੂਲਾ ਨਿਕੋਟੀਨ ਦਾ। ਕਿਸ ਦਾ ਫਾਰਮੂਲਾ ਇਹ, ਨਿਕੋਟੀਨ C10H14N2। ਤਾਂ ਆਪਾਂ ਪਰਸੈਂਟੇਜ ਕਿਵੇਂ ਕੱਢਾਂਗੇ, ਸਭ ਤੋਂ ਪਹਿਲਾਂ ਕਾਰਬਨ ਦੇਖ ਲਓ। ਅਗਰ ਕਾਰਬਨ ਦੀ ਪਰਸੈਂਟੇਜ ਦੇਖਣੀ ਹੈ ਤਾਂ ਕਾਰਬਨ ਦਾ ਪਰਸੈਂਟੇਜ ਕੱਢਣ ਦੇ ਲਈ ਆਪਾਂ ਕੀ ਰੱਖਾਂਗੇ, ਮਾਸ ਆਫ ਕਾਰਬਨ ਐਲੀਮੈਂਟ ਉੱਪਰ ਡਿਵਾਈਡਡ ਬਾਈ ਟੋਟਲ ਮਾਸ ਆਫ ਕੰਪਾਊਂਡ। ਡਿਵਾਈਡ ਕਿਸ ਨਾਲ ਕਰਾਂਗੇ, ਟੋਟਲ ਮਾਸ ਆਫ ਕੰਪਾਊਂਡ ਦੇ ਨਾਲ। ਠੀਕ ਹੈ, ਤਾਂ ਕਾਰਬਨ ਦਾ ਆਪਾਂ ਨੂੰ ਪਤਾ ਹੈ, ਕਾਰਬਨ ਦਾ ਐਟੋਮਿਕ ਮਾਸ ਕਿੰਨਾ ਹੁੰਦਾ 12, ਤਾਂ ਮਲਟੀਪਲਾਈ ਕਰ ਦਾਂਗੇ ਆਪਾਂ 12 ਇੰਟੂ ਕਿੰਨੇ ਕਾਰਬਨ ਨੇ 10, ਤਾਂ ਕਿੰਨਾ ਆ ਗਿਆ 120। ਠੀਕ ਹੈ, ਕਿੰਨਾ ਐਟੋਮਿਕ ਮਾਸ ਕਿੰਨਾ ਆ ਜਾਊਗਾ 120। ਐਵੇਂ ਆਪਾਂ ਹਾਈਡਰੋਜਨ ਦਾ ਕੱਢ ਲਾਂਗੇ, ਐਵੇਂ ਆਪਾਂ ਕਿਸ ਦਾ ਕੱਢ ਲਾਂਗੇ, ਨਾਈਟ੍ਰੋਜਨ ਦਾ। ਠੀਕ ਹੈ, ਤਾਂ ਆਪਾਂ ਕੀ ਕਰਾਂਗੇ, ਇਸ ਦੇ ਐਟੋਮਿਕ ਮਾਸ ਨੂੰ ਡਿਵਾਈਡ, ਅਗਰ ਕਾਰਬਨ ਦੀ ਪਰਸੈਂਟੇਜ ਕੱਢਣੀ ਹੈ ਤਾਂ ਮਾਸ ਆਫ ਐਲੀਮੈਂਟ ਕਾਰਬਨ 120 ਓਵਰ ਟੋਟਲ ਕਾਰਬਨ ਦਾ ਕਿੰਨਾ 12, 10 ਇੰਟੂ 12। ਹਾਈਡਰੋਜਨ ਦਾ ਕਿੰਨਾ ਹੁੰਦਾ 1, 14 ਇੰਟੂ 1। ਨਾਈਟ੍ਰੋਜਨ ਦਾ ਕਿੰਨਾ ਹੁੰਦਾ 14, 2 ਇੰਟੂ 14। ਇਹ ਟੋਟਲ ਕਿੰਨਾ ਆ ਗਿਆ 162। ਤਾਂ ਜਿਸ ਦੀ ਵੀ ਪਰਸੈਂਟੇਜ ਕੱਢਣੀ ਹੈ ਉਸ ਨੂੰ ਆਪਾਂ ਉੱਪਰ ਰੱਖਾਂਗੇ, ਡਿਵਾਈਡ ਕਰ ਦਾਂਗੇ ਆਪਾਂ ਟੋਟਲ ਮਾਸ ਆਫ ਕੰਪਾਊਂਡ ਦੇ ਨਾਲ ਇੰਟੂ 100। ਇਸ ਤਰੀਕੇ ਦੇ ਨਾਲ ਤੁਸੀਂ ਸਭ ਦੀ ਪਰਸੈਂਟੇਜ ਕੱਢ ਸਕਦੇ ਹੋ। ਹੁਣ ਤੁਹਾਡੇ ਲਈ ਹੋਮਵਰਕ ਕੀ ਹੈ, ਤੁਸੀਂ ਸੁਕਰੋਜ਼ ਦੇ ਅੰਦਰ ਕਾਰਬਨ, ਹਾਈਡਰੋਜਨ ਤੇ ਆਕਸੀਜਨ ਦੀ ਪਰਸੈਂਟੇਜ ਫਾਈਂਡ ਆਊਟ ਕਰਨੀ ਹੈ। ਕਾਰਬਨ, ਹਾਈਡਰੋਜਨ ਤੇ ਆਕਸੀਜਨ ਦੀ ਪਰਸੈਂਟੇਜ ਕੀ ਕਰਨੀ ਹੈ, ਫਾਈਂਡ ਆਊਟ ਕਰਨੀ ਹੈ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਨੈਕਸਟ ਟੋਪਿਕ ਤੇ। ਆਪਣਾ ਨੈਕਸਟ ਟੋਪਿਕ ਹੈ ਇੰਪੀਰੀਕਲ ਫਾਰਮੂਲਾ। ਹੁਣ ਦੇਖੋ ਇੰਪੀਰੀਕਲ ਫਾਰਮੂਲਾ ਕੀ ਹੁੰਦਾ ਹੈ। ਇੰਪੀਰੀਕਲ ਫਾਰਮੂਲਾ ਕਿਸੇ ਵੀ ਕੰਪਾਊਂਡ ਦੀ ਸਿੰਪਲ ਰੇਸ਼ੋ ਹੁੰਦੀ ਹੈ। ਕਿਸੇ ਵੀ ਕੰਪਾਊਂਡ ਦੀ ਸਿੰਪਲ ਰੇਸ਼ੋ ਮਤਲਬ ਕੀ ਹੈ, ਅਗਰ ਆਪਾਂ ਨੂੰ ਕੋਈ ਕੰਪਾਊਂਡ ਦਿੱਤਾ ਆ ਜੇ, ਉਸ ਦੇ ਵਿੱਚੋਂ ਕੋਈ ਰੇਸ਼ੋ ਮੈਂ ਕਾਮਨ ਲੈ ਲਾਂ, ਉਸ ਦੇ ਵਿੱਚੋਂ ਉਹਨਾਂ ਐਟਮ ਦੀ ਕੋਈ ਰੇਸ਼ੋ ਕੀ ਲੈ ਲਾਂ, ਮੈਂ ਕਾਮਨ ਲੈ ਲਾਂ। ਠੀਕ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਇੰਪੀਰੀਕਲ ਫਾਰਮੂਲਾ। ਡੈਫੀਨੇਸ਼ਨ ਤੁਹਾਨੂੰ ਕਲੀਅਰ ਨਹੀਂ ਹੋਇਆ ਹੋਊਗਾ। ਹੁਣ ਆਪਾਂ ਇਸ ਨੂੰ ਥੋੜੀ ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਵੇਂ ਸਪੋਜ਼ ਕਰੋ ਮੇਰੇ ਕੋਲ ਕੋਈ ਕੰਪਾਊਂਡ ਹੈ H2O2 ਕੀ ਹੈ, ਹਾਈਡਰੋਜਨ ਪਰਆਕਸਾਈਡ। ਠੀਕ ਹੈ, ਹੁਣ ਇਸ ਦਾ ਇੰਪੀਰੀਕਲ ਫਾਰਮੂਲਾ ਕੀ ਹੋਊਗਾ ਕਿ ਇਸ ਦੇ ਐਟਮ ਦੇ ਵਿੱਚੋਂ ਕੋਈ ਨੰਬਰ ਕਾਮਨ ਆ ਰਿਹਾ ਕੀ ਕਾਮਨ ਆ ਰਿਹਾ 2, ਤਾਂ ਇਸ ਦੇ ਵਿੱਚ 2 ਕੀ ਲੈ ਲਿਆ, ਮੈਂ ਕਾਮਨ ਲੈ ਲਿਆ, ਤਾਂ ਬਚ ਕੀ ਗਿਆ ਆਪਣੇ ਕੋਲ ਐਟਮਸ ਕੀ ਬਚ ਗਏ, ਹਾਈਡਰੋਜਨ ਤੇ ਆਕਸੀਜਨ। ਜੋ ਰੇਸ਼ੋ ਆਪਣੇ ਕੋਲੇ ਬਚ ਗਈ, ਜੋ ਸਿੰਪਲ ਰੇਸ਼ੋ ਆਪਣੇ ਕੋਲੇ ਕੀ ਬਚ ਗਈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਉਸ ਦਾ ਇੰਪੀਰੀਕਲ ਫਾਰਮੂਲਾ। ਇੱਕ ਸਿੰਪਲ ਮਲਟੀਪਲ ਆਪਾਂ ਕਾਮਨ ਲੈ ਲੈਣਾ, ਉਸ ਤੋਂ ਬਾਅਦ ਜੋ ਫਾਰਮੂਲਾ ਬਚਦਾ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ, ਇੰਪੀਰੀਕਲ ਫਾਰਮੂਲਾ। ਠੀਕ ਹੈ, ਤਾਂ H2O2 ਦਾ ਇੰਪੀਰੀਕਲ ਫਾਰਮੂਲਾ ਕੀ ਹੈ, HO, ਤੇ ਮੋਲੀਕੂਲਰ ਫਾਰਮੂਲਾ ਕੀ ਹੈ H2O2। ਮਤਲਬ ਇਹ ਤਾਂ ਟਰੂ ਫਾਰਮੂਲਾ ਹੈ, ਇਹ ਕੀ ਹੈ ਟਰੂ ਫਾਰਮੂਲਾ। ਇਹ ਕੀ ਆਪਣੇ ਕੋਲੇ ਸਿੰਪਲੈਸਟ ਰੇਸ਼ੋ ਫਾਰਮੂਲਾ। ਇਹ ਆਪਣੇ ਕੋਲ ਸਿੰਪਲ ਫਾਰਮੂਲਾ ਹੈ, ਇਹ ਆਪਣੇ ਕੋਲ ਕੀ ਹੈ ਐਕਚੁਅਲ ਫਾਰਮੂਲਾ ਹੈ ਕੰਪਾਊਂਡ ਦਾ। ਜੋ ਐਕਚੁਅਲ ਫਾਰਮੂਲਾ ਕੰਪਾਊਂਡ ਦਾ ਉਸ ਨੂੰ ਕੀ ਬੋਲਦੇ ਆ, ਮੋਲੀਕੂਲਰ ਫਾਰਮੂਲਾ। ਤੇ ਜੋ ਸਿੰਪਲ ਫਾਰਮੂਲਾ ਕਿਸੇ ਵੀ ਕੰਪਾਊਂਡ ਦਾ ਉਸ ਨੂੰ ਆਪਾਂ ਕੀ ਬੋਲਦੇ ਆ, ਇੰਪੀਰੀਕਲ ਫਾਰਮੂਲਾ। ਇਸ ਨੂੰ ਆਪਾਂ ਹੋਰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਕੰਪਾਊਂਡ ਕੀ ਦਿੱਤਾ ਹੈ, P4O10। ਦੇਖੋ ਇਸ ਦੇ ਵਿੱਚ ਕੁਝ ਕਾਮਨ ਆ ਰਿਹਾ। ਅਗਰ ਇਸ ਨੂੰ ਮੈਂ 2 ਨਾਲ ਡਿਵਾਈਡ ਕਰਦਾ, 2 ਕਾਮਨ ਆ ਰਹੇ ਨੇ ਇਸ ਦੇ ਵਿੱਚੋਂ, ਤਾਂ ਆਪਣੇ ਕੋਲ ਕੀ ਬਚ ਜਾਊਗਾ P2O5। ਕੀ ਬਚ ਗਿਆ ਆਪਣੇ ਕੋਲ P2O5। ਤਾਂ P4O10 ਕੀ ਹੈ, ਮੋਲੀਕੂਲਰ ਫਾਰਮੂਲਾ। ਤਾਂ P2O5 ਕੀ ਹੈ, ਇੰਪੀਰੀਕਲ ਫਾਰਮੂਲਾ। P2O5 ਕੀ ਹੈ, ਇੰਪੀਰੀਕਲ ਫਾਰਮੂਲਾ। ਨੈਕਸਟ ਦੇਖੋ, ਨੈਕਸਟ ਐਗਜ਼ਾਮਪਲ ਆਪਾਂ ਦਿੱਤੀ ਹੈ ਵਾਟਰ।
कि वोटर दे विच कुछ कॉमन आ रहा नहीं आ रहा। ठीक है, इसका मतलब कि वोटर का इंपीरिकल फॉर्मूला तो मोलीकुलर फॉर्मूला की है सेम। वोटर दे विच कुछ कॉमन नहीं आ रहा, इसका मतलब वोटर का इंपीरिकल फॉर्मूला तो मोलीकुलर फॉर्मूला की है सेम है। नैक्सट है अपने को N2O4। अगर N2O4 ਨੂੰ 2 ਨਾਲ डिवाइड करदा तो अपने को बच गया NO2। तो अपने को बच गया NO2। तो यह सिंपल फॉर्मूला है, ये इंपीरिकल फॉर्मूला है, ये एक्चुअल फॉर्मूला है, इसनों आपां की बोलते हैं मोलीकुलर फॉर्मूला। नैक्सट देखो C10H22, इसनों की बोलते हैं आपां डेकेन। डेकेन दिता हुआ कि इस कुछ कॉमन आंदा है कि की कॉमन आंदा है 2, तो की बच गया अपने को C5H11। तो किहड़ा फॉर्मूला इंपीरिकल तो ये किहड़ा फॉर्मूला अपने को मोलीकुलर। ये इंपीरिकल फॉर्मूला है तो अपने को की ये इंपीरिकल तो ये मोलीकुलर फॉर्मूला। एवं नैक्सट एग्जाम्पल के की है उरों की कॉमन आ जाऊगा 3। ठीक है, तो की बच गया उरे 3 ਨਾਲ डिवाइड करो, सिंपली डिवाइड कर दिया करो, सिंपल हो जाता है। उरे की बच गया 2 फिर 6 फिर 1। ये अपने को की आ गया ये मोलीकुलर फॉर्मूला है तो सिंपल की आ गया अपने को इंपीरिकल फॉर्मूला। हम देखो नैक्सट है C5H12O। C5H12O कि इस दे विच कुछ कॉमन आ रहा नहीं आ रहा। अगर कुछ कॉमन नहीं आ रहा मतलब इंपीरिकल फॉर्मूला तो मोलीकुलर फॉर्मूला की है सेम। अगर कॉमन आऊगा तो इंपीरिकल फॉर्मूला तो मोलीकुलर फॉर्मूला की होंगे डिफरेंट। हुण उरों आपां कनक्लूड की किया, उरों आपां कनक्लूड किया कि जिहड़ा मोलीकुलर फॉर्मूला है वो एन टाइम इंपीरिकल फॉर्मूला है। जिहड़ा मोलीकुलर फॉर्मूला है वो एन टाइम की है इंपीरिकल फॉर्मूला। जिवें P4O10 है, P4O10 ठीक है, इसका इंपीरिकल फॉर्मूला मैनू गिवन है। इसका इंपीरिकल फॉर्मूला की है मैनू गिवन है P2O5 तो एन की वैल्यू गिवन है, एन है वैलेंसी फैक्टर, ये वैल्यू 2 गिवन है। तो मोलीकुलर फॉर्मूला की होगा सिंपली आपां एन नाल की कर देंगे मल्टीप्लाई तो अपने को की आ जाऊगा मोलीकुलर फॉर्मूला। ठीक है, आ रिलेशन इंपोर्टेंट है याद रखना है। मोलीकुलर फॉर्मूला इज एन टाइम्स इंपीरिकल फॉर्मूला। नैक्सट इस दे रिलेटेड आप करते हैं न्यूमैरिकल। हुण तुहानूं पेपर दे विच न्यूमैरिकल की आऊगा, तुहानूं कार्बन की पेपर क्वेश्चन आया, क्वेश्चन की दिता होया तुहानूं कार्बन की परसेंटेज देती, कार्बन की परसेंटेज दी 12.67%, हाइड्रोजन की परसेंटेज दी हुई है 2.13%, 2.13%, ब्रोमीन की परसेंटेज देती तुहानूं 85.11%। तुहानूं परसेंटेज कंपोजिशन दी हुई है तो तुहानूं कहणगे इसका इंपीरिकल फॉर्मूला तो इसका मोलीकुलर फॉर्मूला कैलकुलेट करो। इसका की कैलकुलेट करो, इंपीरिकल फॉर्मूला तो मोलीकुलर फॉर्मूला कैलकुलेट करो। एक चीज़ होर याद रखियो, जिहड़ा मोलीकुलर वेट हुंदा है किसी भी कंपाउंड का मोलीकुलर वेट वो 2 टाइम ऑफ वेपर डेंसिटी हुंदा है। वो की हुंदा 2 टाइम ऑफ वेपर डेंसिटी। हुण वेपर डेंसिटी की हुंदी है ये आप 5th चैप्टर के पढ़ांगे। एक बार तुसीं इन्ना याद रखो कि मोलीकुलर वेट की हुंदा 2 टाइम ऑफ वेपर डेंसिटी। ठीक है, हुण जो आप न्यूमैरिकल गिवन है इस दे विच आपां नूं की गिवन है परसेंटेज गिवन है तो वेपर डेंसिटी गिवन है 94 तो की गिवन है वेपर डेंसिटी गिवन है 94। हुण आपां नूं कहणगे इसदा इंपीरिकल फॉर्मूला कड्डो तो मोलीकुलर फॉर्मूला कड्डो। तो देखो आपां किवें कड्ढना है। आपां जो भी परसेंटेज है इसनूं आपां टैबूलर फॉर्म च अरेंज कर लेना। एलीमेंट लिख लिया कार्बन हाइड्रोजन ब्रोमीन, इन्हां दी परसेंटेज लिख ली। ठीक है, कार्बन हाइड्रोजन ते ब्रोमीन लिख लिया, इन्हां दी की लिख लिया आपां परसेंट। ठीक है, इस तो बाद नैक्सट कॉलम दे विच की लिखना आपां एटॉमिक वेट। नैक्सट कॉलम किसदा अपना एटॉमिक वेट। तो कार्बन का एटॉमिक वेट लिख लिया, हाइड्रोजन का लिख लिया तो ब्रोमीन का लिख लिया। तो आपां की करांगे एक तरीके नाल ये की है गिवन मास ये मोलीकुलर मास, ये गिवन मास ये मोलीकुलर मास, ये गिवन मास तो ये अपने कोल की है मोलीकुलर मास। तो आप और की कट सकते नंबर ऑफ मोल्स, तो और की कटांगे नंबर ऑफ मोल्स। नंबर ऑफ मोल किवें कड्ढना गिवन मास बाय मोलीकुलर मास, गिवन मास बाय मोलीकुलर मास, गिवन मास बाय मोलीकुलर मास। तो 12.67 डिवाइड करता 12 नाल, ठीक है, 2.13 डिवाइड करता 1 नाल, 85.11 डिवाइड करता 80 दे नाल। तो अपने कोल की आ गया
ਤਾਂ ਆਪਣੇ ਕੋਲ ਕੀ ਆ ਗਈ ਸਿੰਪਲ ਨੰਬਰ ਆਫ ਮੋਲਸ ਆ ਗਏ। ਇਸ ਤੋਂ ਬਾਅਦ ਉਰੇ ਤੱਕ ਸਭ ਬੱਚੇ ਸਿੱਖ ਜਾਂਦੇ ਆ। ਇਸ ਤੋਂ ਬਾਅਦ ਬੱਚੇ ਗਲਤੀ ਕਰਦੇ ਆ, ਜਿਹੜਾ ਸਭ ਤੋਂ ਛੋਟਾ ਨੰਬਰ ਹੈ ਜਿਸ ਦੇ ਮੋਲ ਸਭ ਤੋਂ ਘੱਟ ਆਏ ਹੈ ਉਸ ਨੂੰ ਸਿਲੈਕਟ ਕਰੋ। ਉਸ ਨੂੰ ਕੀ ਕਰਨਾ ਆਪਾਂ ਸਿਲੈਕਟ ਕਰਨਾ। ਸਭ ਤੋਂ ਘੱਟ ਕਿਸ ਦੇ ਹੈ 1.055 ਘੱਟ ਹੁੰਦਾ 1.06 ਨਾਲੋਂ, ਤੁਹਾਨੂੰ ਸਭ ਨੂੰ ਪਤਾ ਹੈ। ਤਾਂ ਮੈਂ ਸਿਲੈਕਟ ਕਿਸ ਨੂੰ ਕਰ ਲਿਆ 1.055 ਨੂੰ। ਤਾਂ 1.055 ਦੇ ਨਾਲ ਮੈਂ ਤਿੰਨਾਂ ਨੂੰ ਡਿਵਾਈਡ ਕਰਤਾ ਤਾਂ ਕਿ ਸਿੰਪਲ ਮੋਲਰ ਰੇਸ਼ੋ ਆ ਜਾਏ, ਤਾਂ ਕਿ ਮੇਰੇ ਕੋਲ ਕੀ ਆ ਜਾਏ ਸਿੰਪਲ ਮੋਲਰ ਰੇਸ਼ੋ ਆ ਜਾਏ। ਤਾਂ ਮੈਂ 1.055 ਨਾਲ ਕੀ ਕਰਤਾ ਮੈਂ ਡਿਵਾਈਡ ਕਰਤਾ। ਜੋ 1.055 ਨਾਲ ਡਿਵਾਈਡ ਕੀਤਾ ਤਾਂ ਮੇਰੇ ਕੋਲ ਆਨਸਰ ਕਿੰਨਾ ਆਇਆ, ਇਹਨੂੰ ਡਿਵਾਈਡ ਕੀਤਾ 1.055 ਦੇ ਨਾਲ ਤਾਂ ਆਨਸਰ ਕਿੰਨਾ ਆ ਜਾਊਗਾ 1। ਐਵੇਂ ਸੈਕਿੰਡ ਨੂੰ ਡਿਵਾਈਡ ਕਰਤਾ 1.055 ਦੇ ਨਾਲ, ਥਰਡ ਨੂੰ ਵੀ ਡਿਵਾਈਡ ਕਰਤਾ 1.055 ਦੇ ਨਾਲ। ਇਹ ਆਨਸਰ ਕਿੰਨਾ ਹੈ 1। ਇਹ ਅਪਰੋਕਸੀਮੇਟਲੀ ਕਿੰਨਾ ਹੈ 2 ਪੁਆਇੰਟ ਸਮਥਿੰਗ, ਇਹ ਅਪਰੋਕਸੀਮੇਟਲੀ ਕਿੰਨਾ ਹੈ 1 ਪੁਆਇੰਟ ਸਮਥਿੰਗ। ਉਸ ਨੂੰ ਆਪਾਂ ਸਿੰਪਲੀ 1 to 1 ਲਿਖ ਸਕਦੇ ਹਾਂ। ਠੀਕ, ਕਿੰਨਾ ਹੈ 1 to 1। ਜੋ ਫਾਰਮੂਲਾ ਆਪਣੇ ਕੋਲ ਉਰੇ ਆਇਆ ਹੈ ਇਹ ਆਪਣੇ ਕੋਲ ਇੰਪੀਰੀਕਲ ਫਾਰਮੂਲਾ ਆ ਗਿਆ। ਇਹ ਆਪਣੇ ਕੋਲ ਕੀ ਆ ਗਿਆ ਇੰਪੀਰੀਕਲ ਫਾਰਮੂਲਾ। ਇੰਪੀਰੀਕਲ ਫਾਰਮੂਲਾ ਕੀ ਆ ਗਿਆ ਆਪਣੇ ਕੋਲ, ਕਿੰਨੇ ਕਾਰਬਨ ਨੇ 1, ਹਾਈਡਰੋਜਨ ਕਿੰਨੇ ਹੈ 2, ਬ੍ਰੋਮੀਨ ਕਿੰਨੇ ਹੈ 1। ਠੀਕ ਹੈ, ਇਹ ਸਿੰਪਲ ਆਪਣੇ ਕੋਲ ਕੀ ਆ ਗਿਆ ਇੰਪੀਰੀਕਲ ਫਾਰਮੂਲਾ। ਕਲੀਅਰ। ਹੁਣ ਇੱਥੋਂ ਕੀ ਕਰਨਾ ਆਪਾਂ, ਇੰਪੀਰੀਕਲ ਫਾਰਮੂਲਾ ਆਪਣੇ ਕੋਲ ਆ ਗਿਆ। ਹੁਣ ਇੱਥੋਂ ਆਪਾਂ ਮੋਲੀਕੂਲਰ ਫਾਰਮੂਲਾ ਕੱਢਣਾ। ਮੋਲੀਕੂਲਰ ਫਾਰਮੂਲਾ ਕੱਢਣ ਦੇ ਲਈ ਤਾਂ ਤੁਸੀਂ ਕੀ ਯਾਦ ਰੱਖਣਾ, ਜਿਹੜਾ ਮੋਲੀਕੂਲਰ ਵੇਟ ਹੁੰਦਾ ਜੋ ਕਿ ਹੁੰਦਾ ਮੋਲੀਕੂਲਰ ਵੇਟ ਹੁੰਦਾ ਉਹ ਕਿਸ ਦੇ ਇਕੁਅਲ ਹੁੰਦਾ ਐਨ ਟਾਈਮ ਇੰਪੀਰੀਕਲ ਫਾਰਮੂਲਾ ਵੇਟ। ਸਭ ਤੋਂ ਪਹਿਲੀ ਗੱਲ ਇੰਪੀਰੀਕਲ ਫਾਰਮੂਲਾ ਵੇਟ ਕਿੰਨਾ। ਸਭ ਤੋਂ ਪਹਿਲਾ ਕੰਮ ਕੀ ਕਰਨਾ ਆਪਾਂ ਇੰਪੀਰੀਕਲ ਫਾਰਮੂਲਾ ਵੇਟ ਕੱਢਣਾ। ਕਾਰਬਨ ਦਾ ਵੇਟ ਕਿੰਨਾ ਹੁੰਦਾ 12, ਹਾਈਡਰੋਜਨ ਦਾ 1 into 2, ਬ੍ਰੋਮੀਨ ਦਾ ਆਪਾਂ ਨੂੰ ਪਤਾ ਕਿੰਨਾ ਹੁੰਦਾ 80। ਆਪਣੇ ਕੋਲ ਕਿੰਨਾ ਆ ਗਿਆ 94। ਤਾਂ ਐਨ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 94। ਠੀਕ ਹੈ। ਮੋਲੀਕੂਲਰ ਵੇਟ ਕੀ ਹੁੰਦਾ 2 ਟਾਈਮ ਆਫ ਵੇਪਰ ਡੈਂਸਿਟੀ। 2 ਟਾਈਮ ਆਫ ਵੇਪਰ ਡੈਂਸਿਟੀ। ਵੇਪਰ ਡੈਂਸਿਟੀ ਆਪਾਂ ਨੂੰ ਗਿਵਨ ਸੀ ਤਾਂ ਵੇਪਰ ਡੈਂਸਿਟੀ ਆਪਣੇ ਕੋਲ ਕਿੰਨੀ ਆ ਗਈ 94 ਗਿਵਨ ਸੀ ਆਪਣੇ ਕੋਲ। ਵੇਪਰ ਡੈਂਸਿਟੀ 94 ਕੀ ਸੀ ਗਿਵਨ ਸੀ। ਜਾਂ ਤੁਹਾਨੂੰ ਵੇਪਰ ਡੈਂਸਿਟੀ ਗਿਵਨ ਹੋਊਗੀ ਜਾਂ ਮੋਲੀਕੂਲਰ ਵੇਟ ਗਿਵਨ ਹੋਊਗਾ। ਠੀਕ ਹੈ, ਜਾਂ ਤਾਂ ਤੁਹਾਨੂੰ ਵੇਪਰ ਡੈਂਸਿਟੀ ਗਿਵਨ ਹੋਊਗੀ ਜਾਂ ਕੀ ਗਿਵਨ ਹੋਊਗਾ ਮੋਲੀਕੂਲਰ ਵੇਟ। ਤਾਂ 94 ਨਾਲ 94 ਕੀ ਹੋ ਗਏ ਕੈਂਸਲ। ਤਾਂ ਐਨ ਦੀ ਵੈਲਿਊ ਕੀ ਆ ਗਈ 2। ਤੁਹਾਨੂੰ ਦੱਸਿਆ ਸੀਗਾ ਜਿਹੜਾ ਮੋਲੀਕੂਲਰ ਫਾਰਮੂਲਾ ਹੁੰਦਾ ਹੈ ਉਹ ਐਨ ਟਾਈਮ ਕੀ ਹੁੰਦਾ ਇੰਪੀਰੀਕਲ ਫਾਰਮੂਲਾ। ਠੀਕ ਹੈ, ਆ ਤੁਹਾਨੂੰ ਦੱਸਿਆ ਸੀ ਮੋਲੀਕੂਲਰ ਫਾਰਮੂਲਾ ਕੀ ਹੁੰਦਾ ਐਨ ਟਾਈਮ ਇੰਪੀਰੀਕਲ ਫਾਰਮੂਲਾ। ਐਨ ਦੀ ਵੈਲਿਊ ਕਿੰਨੀ ਆ ਗਈ ਸੀ 2 ਇੰਟੂ ਇੰਪੀਰੀਕਲ ਫਾਰਮੂਲਾ ਕੀ ਸੀ CH2Br। ਤਾਂ ਮੋਲੀਕੂਲਰ ਫਾਰਮੂਲਾ ਕੀ ਆ ਗਿਆ C2H4Br2। ਇਹ ਆਪਣੇ ਕੋਲ ਕੀ ਆ ਗਿਆ ਮੋਲੀਕੂਲਰ ਫਾਰਮੂਲਾ ਆ ਗਿਆ। ਠੀਕ ਹੈ, ਇਹ ਨੈਕਸਟ ਨਿਊਮੈਰੀਕਲ ਹੈ, ਇਹ ਤੁਸੀਂ ਖੁਦ ਸੋਲਵ ਕਰਨਾ। ਜੋ ਨੈਕਸਟ ਨਿਊਮੈਰੀਕਲ ਹੈ ਤੁਸੀਂ ਖੁਦ ਸੋਲਵ ਕਰਨਾ ਹੈ। ਤੁਹਾਨੂੰ ਅਟੋਮਿਕ ਮਾਸ ਦਿੱਤਾ ਹੋਇਆ, ਤੁਹਾਨੂੰ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਏਗਾ ਅਟੋਮਿਕ ਮਾਸ। ਤੁਹਾਨੂੰ ਇਹ ਚੀਜ਼ ਨਹੀਂ ਦਿੱਤੀ ਹੋਈ। ਠੀਕ ਹੈ, ਨਾ ਹੀ ਤੁਹਾਨੂੰ ਅਟੋਮਿਕ ਮਾਸ ਦਿੱਤਾ ਹੋਇਆ, ਤੁਹਾਨੂੰ ਸਿਰਫ ਦਿੱਤੀ ਹੋਈ ਹੈ ਪਰਸੈਂਟੇਜ। ਤੁਹਾਨੂੰ ਦਿੱਤੀ ਹੋਈ ਹੈ ਪਰਸੈਂਟੇਜ ਅਤੇ ਵੇਪਰ ਡੈਂਸਿਟੀ। ਤੁਹਾਨੂੰ ਦਿੱਤੀ ਪਰਸੈਂਟੇਜ ਅਤੇ ਵੇਪਰ ਡੈਂਸਿਟੀ। ਹੁਣ ਤੁਸੀਂ ਕੱਢਣਾ ਕੀ ਹੈ ਇੰਪੀਰੀਕਲ ਫਾਰਮੂਲਾ ਅਤੇ ਮੋਲੀਕੂਲਰ ਫਾਰਮੂਲਾ। ਇਹ ਤੁਸੀਂ ਕੈਲਕੂਲੇਟ ਕਰਨਾ। ਇਹ ਨਿਊਮੈਰੀਕਲ ਤੁਸੀਂ ਖੁਦ ਕਰਨਾ। ਸਭ ਤੋਂ ਪਹਿਲਾ ਕੰਮ ਕੀ ਕਰੋਗੇ ਤੁਸੀਂ ਜਿੰਨੇ ਵੀ ਐਲੀਮੈਂਟਸ ਦਿੱਤੇ ਨੇ ਇਹਨਾਂ ਸਭ ਦਾ ਕੀ ਲਿਖੋਗੇ ਅਟੋਮਿਕ ਮਾਸ। ਉਸ ਤੋਂ ਬਾਅਦ ਇਹ ਤੁਹਾਡਾ ਗਿਵਨ ਮਾਸ ਹੈ, ਇਹ ਤੁਹਾਡੇ ਇੱਕ ਤਰੀਕੇ ਨਾਲ ਕੀ ਹੈ ਮੋਲੀਕੂਲਰ ਮਾਸ। ਤਾਂ ਉਰੋਂ ਕੀ ਕੱਢੋਗੇ ਨੰਬਰ ਆਫ ਮੋਲ। ਥਰਡ ਸਟੈਪ 'ਚ ਕੀ ਕੱਢੋਗੇ ਨੰਬਰ ਆਫ ਮੋਲ ਗਿਵਨ ਮਾਸ ਬਾਏ ਮੋਲੀਕੂਲਰ ਮਾਸ। ਉਰੋਂ ਕੀ ਕੱਢ ਲਓਗੇ ਨੰਬਰ ਆਫ ਮੋਲਸ ਗਿਵਨ ਮਾਸ ਬਾਏ ਮੋਲੀਕੂਲਰ ਮਾਸ। ਜੋ ਸਭ ਤੋਂ ਛੋਟਾ ਨੰਬਰ ਆਊਗਾ, ਜੋ ਸਭ ਤੋਂ ਕੀ ਆਊਗਾ ਛੋਟਾ ਨੰਬਰ, ਉਸ ਨੂੰ ਤੁਸੀਂ ਡਿਵਾਈਡ ਕਰ ਦੋਗੇ ਸਭ ਦੇ ਨਾਲ। ਠੀਕ ਹੈ, ਤਾਂ ਸਿੰਪਲ ਰੇਸ਼ੋ ਆ ਜਾਊਗੀ ਤੁਹਾਡੇ ਕੋਲ। ਕੀ ਆ ਜਾਊਗੀ ਸਿੰਪਲ ਰੇਸ਼ੋ। ਠੀਕ ਹੈ, ਉਸ ਨੂੰ ਰਾਊਂਡ ਆਫ ਕਰ ਲਿਓ, ਤੁਹਾਡੇ ਕੋਲ ਇੰਪੀਰੀਕਲ ਫਾਰਮੂਲਾ ਆ ਜਾਊਗਾ। ਇੰਪੀਰੀਕਲ ਫਾਰਮੂਲੇ ਤੁਸੀਂ ਫਰਦਰ ਕੀ ਕੱਢ ਸਕਦੇ ਮੋਲੀਕੂਲਰ ਫਾਰਮੂਲਾ। ਇਹ ਕੋਸ਼ਿਸ਼ ਕਰਨੀ ਹੈ ਖੁਦ ਸੋਲਵ ਕਰਨ ਦੀ। ਥੈਂਕ ਯੂ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।